बिगड़ न जाए
ਉਹਦਾ ਮਕਸਦ ਕੀ ਆ? ਗਿਆ ਗਾਈਆਂ ਚਾਰੀਆਂ, ਪਸ਼ੂ ਡੰਗਰ ਰੱਜ ਕੇ ਵਾਪਸ ਆਪਣੇ ਟਿਕਾਣੇ ਪਰਤ ਆਏ। ਅਸੀਂ ਸਤਿਗੁਰੂ ਕਹਿੰਦੇ ਸੰਸਾਰ ਵਿੱਚ ਤੂੰ 4 ਦਿਨ ਆਇਆ, ਇਹ ਸੰਸਾਰ ਸਦੀਵੀ ਰਹਿਣ ਵਾਲਾ ਨਹੀਂਗਾ। ਜਿੱਥੇ ਤੂੰ ਭੁੱਲਿਆ ਬੈਠਾ ਹੈ ਨਾ ਵੀ ਦੁਨੀਆ ਤੁਰੀ ਜਾਂਦੀ, ਆਪਾਂ ਕਿਹੜਾ ਜਾਣਾ? ਆਖੋ ਸਤਿਨਾਮ। ਦੁਨੀਆ ਜਾਈ ਜਾਂਦੀ ਹੈ, ਨਹੀਂ ਕਿ ਤੇਰਾ ਵੀ ਨਹੀਂ ਪਤਾ ਕਿੱਥੇ ਕਿਵੇਂ ਕਿਸ ਤਰ੍ਹਾਂ ਕਿਹੜੇ ਮੋੜ ਤੇ ਤੇਰੀ ਵੀ ਡਿੱਟ ਆ ਜਾਏ। ਰੱਬ ਦੇ ਬੰਦੇ ਕਹਿੰਦੇ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੀ। ਸ਼ਹਿਰ ਕਹਿੰਦੇ ਨੇ ਜਾਦੂਗਰ ਨੂੰ, ਜਿਵੇਂ ਜਾਦੂਗਰ ਇੱਕ ਆਪਾਂ ਨੂੰ ਜਾਦੂ ਜਿਹਾ ਨਹੀਂ ਦਿਖਾਉਂਦਾ ਹੁੰਦਾ, ਉਹ ਕਦੇ ਕੋਈ ਆਈਟਮ ਕੱਢ ਕੇ ਦਿਖਾ ਦਿੰਦਾ, ਕਦੇ ਕੋਈ ਦਿਖਾਉਂਦਾ, ਕਦੇ ਕੁਛ ਦਿਖਾਉਂਦਾ, ਕਦੇ ਕੁਛ ਦਿਖਾਉਂਦਾ। ਪਰ ਜਦੋਂ ਉਹ ਆਪਣੀ ਪਟਾਰੀ ਚੱਕ ਕੇ ਤੁਰਦਾ ਨਾ ਤਾਂ ਉਹਦੇ ਹੱਥ ਵਿੱਚ ਕੁਛ ਨਹੀਂ ਹੁੰਦਾ, ਉਹੀ ਡੰਡਾ ਜਿਹਾ ਹੁੰਦਾ ਜਿਹਦੇ ਨਾਲ ਕਹਿੰਦਾ ਹੁੰਦਾ ਬੋਲ ਝੋਲੂ ਫਲਾਨਾ, ਇੰਨਾ ਵੀ ਕੁਛ ਹੁੰਦਾ ਨਾ। ਬਸ ਆਹੀ ਹਿਸਾਬ ਕਰਦਾ। ਇਹ ਗੁਰੂ ਜੀ ਕਹਿੰਦੇ ਸੰਸਾਰ ਹੈ ਨਾ ਜਿਹੜਾ ਇੱਕ ਜਾਦੂ ਦੀ ਤਰ੍ਹਾਂ ਹੀ ਹੈ, ਜਾਦੂ ਜਿਹਾ ਹੀ ਹੋ ਰਿਹਾ ਹੈ। ਇਹ ਜੋ ਦੁਨੀਆ ਕਿਉਂ ਕਿਹਾ? ਜਿਹਦੀਆਂ 2 ਨੀਹਾਂ ਨੇ, 2 ਨੀਹਾਂ। ਦੁਨੀਆ 2 ਨੀਹਾਂ। ਕਿਹੜੀਆਂ 2 ਨੀਹਾਂ? ਦੁਨੀਆ ਦੀਆਂ ਜੰਮਣਾ ਤੇ ਮਰਨਾ। ਜੰਮਣ ਮਰਨਾ ਚੱਲੀ ਜਾਂਦਾ ਇਹਦੇ ਚ। ਇਹਦੀਆਂ 2 ਨੀਹਾਂ ਨੇ, ਇੱਕ ਜੰਮਣਾ ਤੇ ਇੱਕ ਮਰਨਾ। ਇਸ ਕਰਕੇ ਕਿਹਾ 2 ਨੀਹਾਂ। 2 ਨੀਹਾਂ ਹੈ ਸੰਸਾਰ ਦੀਆਂ। ਕਿਹੜੀ? ਜੰਮਣਾ ਤੇ ਮਰਨਾ। ਆਖੋ ਸਤਿਨਾਮ। ਇਹ ਜੋ ਦੁਨੀਆ ਸ਼ਹਿਰ ਮੇਲਾ, ਇਹ ਜਿਵੇਂ ਜਾਦੂਗਰ ਜਾਦੂ ਵਿਖਾਉਂਦਾ ਨਾ, ਰੱਬ ਦਾ ਜਾਦੂ ਹੀ ਹੈ। ਇਹ ਜਿਹੜਾ ਸੰਸਾਰ ਦਿਸਦਾ ਨਾ, ਇਹ ਰੱਬ ਦਾ ਜਾਦੂ ਹੈ। ਇਹ ਸੰਸਾਰ ਹੈ ਜਿਹੜਾ, ਇਹ ਜੀ ਜੰਤ ਸਭ ਖੇਡ ਤੇਰਾ, ਕਿਆ ਕੋ ਆਪ ਵਖਾਣਾ। ਇਹ ਤੂੰ ਖੇਡ ਹੀ ਬਣਾਈ ਹੋਈ ਹੈ। ਇਹ ਕੋਈ ਕੀ ਕਹਿ ਸਕਦਾ ਤੇਰੀ ਖੇਡ ਬਾਰੇ? ਰੋਜ਼ ਪੜ੍ਹਦੇ ਅਨੰਦ ਸਾਹਿਬ ਦੀ ਬਾਣੀ। ਇਹ ਸੰਸਾਰ ਕੀ ਹੈ? ਇਹ ਜੀ ਜੰਤ ਸਭ ਖੇਡ ਤੇਰਾ, ਕਿਆ ਕੋ ਆਖ ਵਖਾਣਾ। ਆਖੈ ਤਾਂ ਵੇਖੈ ਸਭ ਤੂੰ ਹੈ ਜਿਹਨੇ ਜਗਤ ਕੋ ਪਾਇਆ। ਆਖੋ ਸਤਿਨਾਮ। ਇਹ ਦੁਨੀਆ ਉਹਨੇ ਆਪ ਹੀ ਬਣਾਈ ਹੈ, ਆਪ ਹੀ ਦੁਨੀਆ ਦੇ ਵਿੱਚ ਬੈਠ ਗਿਆ। ਤੇ ਰੱਬ ਦੇ ਬੰਦੇ ਕਹਿੰਦੇ ਵੀ ਇੱਕ ਤਮਾਸ਼ਾ ਜਿਹਾ ਹੋਈ ਜਾਂਦਾ ਹੈ, ਐਵੇਂ ਇੱਥੇ ਝਗੜਿਆਂ 'ਚ ਪੈ ਕੇ, ਲੜਾਈਆਂ 'ਚ ਪੈ ਕੇ, ਈਰਖਾ 'ਚ ਪੈ ਕੇ, ਵਾਦ ਵਿਵਾਦ 'ਚ ਪੈ ਕੇ ਆਪਦਾ ਜੀਵਨ ਵਿਅਰਥ ਨਾ ਗਵਾ। ਇੱਥੇ 4 ਦਿਨ ਰਹਿਣਾ ਬਸ। ਬਹੁਤੀ ਗਈ, ਥੋੜੀ ਗਈ, ਪਲ ਗਈ, ਵਿਹਾਏ। ਇੱਥੇ ਹੱਥ ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ। ਲੈ ਗਿਆ ਕੋਈ ਹੱਥ ਪੱਲੇ ਪਾ ਕੇ? ਤੁਹਾਡੇ ਬਾਪ ਵੱਲ ਦੇਖਦਾ, ਸਾਰੀ ਉਮਰ ਖੱਪਦਾ ਮਰ ਗਿਆ, ਬੈਂਕ ਅਕਾਊਂਟ ਭਰ ਕੇ ਤੁਰ ਗਿਆ, ਲੈ ਗਿਆ ਨਾਲ, ਘਰ ਬਣਾ ਕੇ ਇੱਥੇ ਹੀ ਪਏ, ਇੱਥੇ ਹੀ ਛੱਡ ਜਾਏਗਾ। ਇਹਦੇ ਨਾਲ ਪੁੰਨ ਦਾਨ ਕਰ ਲਾ, ਇਹਦੇ ਨਾਲ ਬੀਜ ਲਾ, ਆਹ ਹੱਥਾਂ ਦੇ ਨਾਲ, ਇਹਦੇ ਨਾਲ ਸੇਵਾ ਬੀਜ ਲਾ, ਇਹਦੇ ਨਾਲ ਸਿਮਰਨ ਬੀਜ ਲਾ, ਇਹਦੇ ਨਾਲ ਪੁੰਨ ਦਾਨ ਬੀਜ ਲਾ, ਉਹ ਤੇਰੇ ਨਾਲ ਜਾਣਾ ਹੈ। ਆਹ ਮਾਂ ਪਿਓ ਭੈਣ ਭਰਾ ਦੁਨੀਆ ਵਾਲੇ ਰਿਸ਼ਤੇਦਾਰ ਸੰਬੰਧੀ ਨਹੀਂ ਜਾਂਦੇ, ਇਹਦਾ ਇੱਥੇ ਹੀ ਰਹਿ ਜਾਂਦੇ ਆ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ। ਜਿੱਥੇ ਮਾਂ ਪਿਓ ਭੈਣ ਭਰਾ ਕੋਈ ਨਹੀਂ ਜਾਂਦਾ, ਮਨੁਹਾ ਨਾਮ ਤੇਰਾ ਸੰਗ ਸਹਾਈ। ਉੱਥੇ ਜਪਿਆ ਹੋਇਆ ਪਰਮੇਸ਼ਰ ਦਾ ਨਾਮ, ਆ ਕੀਤੀ ਹੋਈ ਸੇਵਾ, ਆ ਕੀਤਾ ਹੋਇਆ ਪਰਉਪਕਾਰ, ਕੀਤੇ ਹੋਏ ਪੁੰਨ ਦਾਨ ਤੇਰੇ ਨਾਲ ਜਾਣਗੇ। ਸਰੀਰ ਨਹੀਂ ਜਾਣਦਾ, ਨਾ ਸਰੀਰ ਦੇ ਨਾਲ ਜੁੜੇ ਹੋਏ ਰਿਸ਼ਤੇਦਾਰ ਸੰਬੰਧੀ ਜਾਣਗੇ। ਬਾਬੇ ਕਬੀਰ ਜੀਆਂ ਨੂੰ ਕਾਜੀ ਤੇ ਮੁੱਲਿਆਂ ਨੇ, ਜਿਵੇਂ ਹੁਣ ਪਹਿਲਾ ਸ਼ਬਦ ਸੁਣਿਆ ਭਗਤ ਨਾਮਦੇਵ ਜੀ ਦਾ, ਉਹਨਾਂ ਨੂੰ ਆ ਕੇ ਘੇਰਿਆ ਮਲਾਣਿਆਂ ਨੇ, ਮੁੰਡਿਆਂ ਨੇ, ਕਾਜੀਆਂ ਨੇ। ਇਸੇ ਤਰ੍ਹਾਂ ਬਾਬੇ ਕਬੀਰ ਨੂੰ ਵੀ ਆ ਕੇ ਘੇਰ ਲਿਆ। ਉਹ ਕਹਿੰਦੇ ਦੱਸ ਹੋਏ ਤੂੰ ਸਾਨੂੰ ਰੱਬ ਬਾਰੇ ਜਾਣਕਾਰੀ ਦੇ। ਉਹ ਜਦੋਂ ਇਕੱਠੇ ਹੋ ਕੇ ਬਾਬੇ ਕਬੀਰ ਨਾਲ ਆ ਕੇ ਝਗੜਾ ਕਰਦੇ ਆ, ਵਾਦ ਵਿਵਾਦ ਕਰਦੇ ਆ, ਤੇ ਬਾਬਾ ਕਬੀਰ ਜੀ ਉਹਨਾਂ ਨੂੰ ਸਮਝਾਉਂਦੇ ਨੇ ਆ ਸ਼ਬਦ ਵਿੱਚ, ਕਹਿੰਦੇ ਧਿਆਨ ਨਾਲ ਸੁਣ ਲਓ। ਇਹ ਕਾਜੀ ਮੁੱਲਿਓ, ਆ ਸਾਰੇ ਬਹਿ ਕੇ ਮੇਰੀ ਗੱਲ ਸੁਣੋ। ਦੋਨੇ ਕਮਿਊਨਿਟੀਆਂ ਭਾਲੀਆਂ, ਹਿੰਦੂ ਪੱਖ ਨੂੰ ਵੀ ਤੇ ਮੁਸਲਮਾਨ ਨੂੰ ਵੀ। ਤਲੰਗ ਬਾਣੀ, ਤਲੰਗ ਰਾਗ ਦੇ ਵਿੱਚ ਭਗਤ ਕਬੀਰ ਜੀਆਂ ਦਾ ਸ਼ਬਦ ਹੈ। ਤਲੰਗ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਪਰਮਾਤਮਾ ਇੱਕ ਹੈ, ਜਿਹਨੇ ਸੰਸਾਰ ਨੂੰ ਬਣਾਇਆ। ਉਹ ਇੱਕ ਆਤਮਾ ਹੀ ਹੈ ਜਿਹੜੀ
परमात्मा की अंश है, सारे च परिपूर्ण आत्मिक तौर पर ਉਹਨੂੰ ਕਹਿੰਦੇ ਇੱਕ। ਅਸੀਂ ਆਤਮਿਕ ਤੌਰ ਤੇ ਵੀ ਇੱਕ ਹੈ। ਕਿਵੇਂ ਇੱਕ ਹੈ? ਸਾਰਿਆਂ 'ਚ ਇੱਕ ਆਤਮਦੇਵ ਹੈ, ਪਰ ਬਾਹਰੀ ਤੌਰ ਤੇ ਵੀ ਅਸੀਂ ਇੱਕ ਹੈ। ਉਹ ਕਿਵੇਂ? ਪੰਜ ਤੱਤ ਦਾ ਮਟੀਰੀਅਲ ਲੱਗੇ। ਇਹ ਸੰਸਾਰ ਹੈ ਨਾ ਜਿਹੜਾ, ਇਹ ਬੋਡੀ ਰੂਪ 'ਚ ਵੀ ਸੇਮ ਹੈ ਔਰ ਅੰਦਰ ਦੀ ਜਿਹੜੀ ਆਤਮਿਕ ਜੋਤ ਆ ਉਹਦੇ ਨਾਲ ਵੀ ਸੇਮ ਹੈ। ਸਮਝਣਾ ਪਏਗਾ। ਆਤਮਿਕ ਤੌਰ ਤੇ ਵੀ ਸਾਰੇ ਇੱਕ ਔਰ ਸਰੀਰਕ ਤੌਰ ਤੇ ਵੀ ਇੱਕ। ਰੌਲਾ ਕਦੋਂ ਪੈ ਗਿਆ? ਜਦੋਂ ਗਿਆਨ ਵਸ ਭੁੱਲ ਵਸ ਆਪਣੇ ਸਰੂਪ ਨੂੰ ਭੁੱਲ ਗਏ, ਉਦੋਂ ਝਗੜਾ ਪੈ ਗਿਆ। ਇੱਕ ਉਹ ਪਰਮਾਤਮਾ ਇੱਕ ਹੈ, ਉਹ ਆਪਣੇ ਆਪ ਤੋਂ ਸਹਿਪੰਗ ਹੈ, ਸਾਰਿਆਂ 'ਚ ਵਿਰਾਜਮਾਨ ਹੈ ਆਤਮਦੇਵ ਹੋ ਕੇ। ਉਹ ਅਵਤਾਰ ਸਭ ਦਾ ਪ੍ਰਕਾਸ਼ਕ ਹੋ, ਸਾਰਿਆਂ ਨੂੰ ਰੌਸ਼ਨੀ ਦੇਣ ਵਾਲਾ, ਸਾਰਿਆਂ 'ਚ ਚਾਨਣਾ ਕਰਨ ਵਾਲਾ ਹੈ। ਸਤਿਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਦੁਆਰਾ ਮਿਲਦਾ, ਇਸ ਕਰਕੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਆ ਦੁਨੀਆ ਸੁਣਿਆ ਨਾ 4 ਦਿਨਾਂ ਦਾ ਮੇਲਾ ਹੈ, ਇਹਦਾ ਛੱਡ ਜੂਗੀ ਤੈਨੂੰ। ਇਹਨਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ ਤੇ ਅੱਗੇ ਤਾਂ ਫਿਰ ਹੰਸਾ ਕੇਲਾ ਜਾਈ, ਜੀਵਾਤਮਾ ਇਕੱਲਾ ਹੀ ਜਾਊਗਾ। ਇਹ ਦੁਨੀਆ ਪਿੱਛੇ ਲੱਗ ਕੇ ਗੁਰੂ ਤੋਂ ਬੇਮੁਖ ਨਾ ਹੋ। ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਂਦੀ ਸਾਥ। ਆ ਦੁਨੀਆ ਪਿੱਛੇ ਲੱਗ ਕੇ ਗੁਰੂ ਨੂੰ ਭੁੱਲੀ ਫਿਰਦਾ, ਇਹ ਤਾਂ ਨਾਲ ਨਹੀਂ ਜਾਣਾ। ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਂਦੀ ਸਾਥ, ਆਈ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਹ ਦੁਨੀਆ ਦੀਆਂ ਰੰਗ ਤਮਾਸ਼ੇ ਵੇਖ ਕੇ ਗੁਰੂ ਦੀ ਲੋੜ ਪਊਗੀ। ਗੁਰੂ ਦੀ ਲੋੜ ਪੈ ਜਾਂਦੀ ਹੈ ਨਾ, ਹੁਣ ਵੀ ਪੈਂਦੀ ਹੈ ਤੇ ਅੱਗੇ ਨੂੰ ਵੀ ਪੈਣੀ ਹੈ। ਕਿੱਥੇ ਪਊਗੀ? ਜਿੱਥੇ ਹੱਥ ਨਾ ਅੱਪੜੈ, ਜਿੱਥੇ ਕਿਸੇ ਦਾ ਹੱਥ ਨਹੀਂ ਜਾਂਦਾ। ਨਹੀਂ ਜਾਂਦਾ, ਇਹੋ ਜਿਹੀਆਂ ਜਗ੍ਹਾ ਨੇ। ਕਿਸੇ ਨੂੰ ਰੋਗ ਲੱਗ ਗਿਆ, ਲੈ ਡਾਕਟਰਾਂ ਕੋਲੇ ਜ਼ਰੂਰ ਲੈ ਜਾਊਗਾ। ਹੱਥ ਪੈਂਦਾ, ਫਲਾਣੇ ਡਾਕਟਰ ਨੂੰ ਦਿਖਾ ਲਓ, SMS ਦਿਖਾ ਲਓ, ਦਿੱਲੀ ਅਪੋਲੋ 'ਚ ਦਿਖਾ ਲਓ। ਹੱਥ ਪੈਂਦਾ ਏਮਸ 'ਚ ਦਿਖਾ ਲਓ। ਪਰ ਜਿੱਥੇ ਹੱਥ ਹੀ ਨਹੀਂ ਪੈਂਦਾ, ਰੋਗ ਲੱਗ ਗਿਆ, ਕੋਈ ਇਲਾਜ ਨਹੀਂ ਹੋ ਰਿਹਾ, ਕੋਈ ਆਰਾਮ ਨਹੀਂ ਆ ਰਿਹਾ, ਉੱਥੇ ਹੱਥ ਹੀ ਨਹੀਂ ਉੱਪੜਦਾ ਕਿਸੇ ਦਾ। ਜਿੱਥੇ ਹੱਥ ਨਾ ਅੱਪੜੈ, ਜਿੱਥੇ ਕਿਸੇ ਦਾ ਹੱਥ ਨਹੀਂ ਜਾਂਦਾ, ਕੂਕ ਨਾ ਸੁਣੀਏ ਪੁਕਾਰ, ਪਿੱਟੀ ਜਾਂਦਾ, ਰੋਈ ਜਾਂਦਾ, ਉੱਥੇ ਕੋਈ ਨਹੀਂ ਸੁਣਦਾ। ਉੱਥੇ ਵੀ ਸੁਣਨ ਵਾਲਾ ਹੈਗਾ, ਉਹ ਗੁਰੂ ਦੀ ਤਾਂ ਲੋੜ ਹੈ। ਉੱਥੇ ਸਤਿਗੁਰ ਬੇਲੀ ਹੋਵੇ, ਉੱਥੇ ਜਿਹਨੂੰ ਸਤਿਗੁਰੂ ਗੁਰੂ ਬਣਾਇਆ ਨਾ, ਉਹ ਤੇਰਾ ਬੇਲੀ ਹੋਊਗਾ। ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲੈ ਅੰਤੀ ਵਾਰ, ਉਹ ਫਿਰ ਤੈਨੂੰ ਗੁਰੂ ਨੇ ਛਡਾਉਣਾ ਹੈ। ਇਹ ਕੋਈ ਅੱਤ ਕਥਣੀਆਂ ਗੱਲਾਂ ਨਹੀਂ, ਗੁਰੂ ਦੇ ਬੋਲ ਹੈ। ਭਰੋਸਾ ਕਰ। ਰੋਜ਼ ਰਹਿ ਰਸ ਦੀ ਬਾਣੀ ਪੜ੍ਹਦੇ ਹੋ ਨਾ, ਜਿੱਥੇ ਕੋਈ ਰਿਸ਼ਤੇਦਾਰ, ਭੈਣ ਭਰਾ, ਮਾਂ ਪਿਓ, ਦੁਨੀਆਦਾਰ, ਡਾਕਟਰ, ਵਕੀਲ ਕੋਈ ਨਾ ਸਹਾਇਤਾ ਕਰਦਾ ਹੋਵੇ, ਉੱਥੇ ਗੁਰੂ ਸਹਾਇਤਾ ਕਰਦਾ ਹੈ। ਰਹਿ ਰਸ ਦੀ ਬਾਣੀ ਰੋਜ਼ ਪੜ੍ਹਦੇ ਹੋ, ਤਿੱਥੈ ਤੂੰ ਸਮਰੱਥ, ਤਿੱਥੈ ਤੂੰ ਸਮਰੱਥ। ਕਿੱਥੇ? ਜਿੱਥੇ ਕੋਈ ਨਹੀਂ, ਜਿੱਥੇ ਕੋਈ ਨਹੀਂ ਨਾ, ਉੱਥੇ ਸਤਿਗੁਰੂ ਤੂੰ ਮੇਰੇ ਵਾਸਤੇ ਸਮਰੱਥ ਹੈ, ਮੇਰੀ ਹੈਲਪ ਕਰਨ ਵਾਲਾ ਹੈ। ਤਿੱਥੈ ਤੂੰ ਸਮਰੱਥ, ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ, ਉੱਥੇ ਤੂੰ ਮੇਰੀ ਰੱਖਿਆ ਕਰੇਗਾ। ਇਹ ਤਾਂ ਬੋਲ ਲਿਖਿਆ ਨਾ ਗੁਰੂ ਨੇ। ਮੈਂ ਬੇਨਤੀ ਕਰਦਾ, ਮੈਂ ਪ੍ਰੈਕਟੀਕਲੀ ਬੋਲਦਾ ਹੁੰਦਾ, ਮੈਂ ਪ੍ਰੈਕਟੀਕਲ ਕਰੀਆਂ ਹੋਈਆਂ ਗੱਲਾਂ ਹੈ, ਪ੍ਰੈਕਟੀਕਲ ਕਰੇ ਨੇ ਮੈਂ। ਜਿਵੇਂ ਬੱਚਾ ਸਟੱਡੀ ਕਰਦਾ ਨਾ, ਸਟੱਡੀ ਕਰ ਲੈਣੀ, ਗਿਆਨ ਹਾਸਲ ਕਰਨਾ ਅਲੱਗ ਗੱਲ ਹੈ, ਲੇਕਿਨ ਪ੍ਰੈਕਟੀਕਲ ਆਉਣਾ ਅਲੱਗ ਗੱਲ ਹੈ। ਥਿਉਰੀ ਅਲੱਗ ਹੈ, ਪ੍ਰੈਕਟੀਕਲ ਅਲੱਗ ਹੈ। ਇੱਕ ਸਮੇਂ ਦੀ ਗੱਲ ਹੈ, ਕਾਫੀ ਸਮਾਂ ਹੋ ਗਿਆ, ਮੇਰਾ ਨਾ ਗਲਾ ਰੁਕ ਗਿਆ, ਕਾਫੀ ਪੁਰਾਣੀ ਗੱਲ ਹੈ। ਗਲਾ ਇਹਨਾਂ ਨੇ ਬੜੀਆਂ ਦਵਾਈਆਂ ਸਾਡੇ, ਉਦੋਂ ਡਰਾਈਵਰ ਸੇਵਕ ਹੁੰਦਾ ਸੀ ਮੁੰਡਾ, ਬਹੁਤ ਦਵਾਈਆਂ। ਉਹ ਰਾਤ ਨੂੰ ਗਲਾ ਬੰਦ ਹੋ ਜਾਇਆ ਕਰੇ, ਜਦੋਂ ਸਾਹ ਆਇਆ ਕਰੇ, ਮੂੰਹ ਵਿੱਚ ਝਾਗਾ ਆ ਜਾਇਆ ਕਰੇ, ਸਾਰਾ ਮੂੰਹ ਜਿਵੇਂ ਆਪਾਂ ਅੰਦਰੋਂ ਕੁਛ ਨਿਕਲਦਾ ਹੈ, ਸਾਰਾ ਚਿਹਰਾ ਭਰ ਜਾਇਆ ਕਰੇ। ਉਹਨੇ ਵਿਚਾਰੇ ਨੇ ਦੇਖਣਾ, ਪੂੰਝਣਾ, ਬੜੀਆਂ ਦਵਾਈਆਂ ਦੇ। ਹੁਣ ਮੈਂ ਪ੍ਰੈਕਟੀਕਲੀ ਦੱਸ ਰਿਹਾ, ਗੁਰਬਾਣੀ ਨੂੰ ਪ੍ਰੈਕਟੀਕਲੀ ਆਉਣਾ। ਕਾਫੀ ਇਲਾਜ ਤੋਂ ਬਾਅਦ ਮੈਂ ਸੇਵਕਾ ਕਹਿੰਦਾ ਜੀ ਹੁਣ ਮੈਂ ਤਾਂ ਥੱਕ ਗਿਆ, ਹੁਣ ਕੋਈ ਆਪਾਂ ਸਾਰੀਆਂ ਦਵਾਈਆਂ ਹੈ। ਮੈਂ ਕਿਹਾ ਹੁਣ ਤੈਨੂੰ ਮੈਂ ਇੱਕ ਦਵਾਈ ਦਿਖਾਉਣਾ, ਦਵਾਈ ਹੈ ਆਪਣੇ ਕੋਲੇ ਬਹੁਤ ਵੱਡੀ, ਮੈਂ ਜਿਹੜੀ ਤੂੰ ਦੇਖਦਾ ਨਾ ਕਹਿੰਦੇ ਦਿੰਦੇ ਹੁੰਦੇ ਆ ਤੁਸੀਂ, ਉਹ ਦਵਾਈ ਹੈ ਮੇਰੇ ਕੋਲ। ਉਹ ਮੈਨੂੰ ਗੁਰੂ ਤੋਂ ਮਿਲੀ ਹੋਈ ਹੈ, ਗੋਡ ਗਿਫਟ ਆ ਉਹ।
कहना ਹੁੰਦਾ ना कह दो दे कह दो वो गॉड गिफ्ट दवाई है को देन लग्या मतलब मैं तेनों हुण दिखाउणा किवें काम करदी है। ਅਸੀਂ ਮੈਨੂੰ याद है दौलतपुरे नगर बैठे सन चाह चू पी के बैठे सी 5-6 बच्चे होने मैं क्या बाजा रख दे कीर्तन का उनका नहीं गला खराब सी उन्हें बाजा रखता असी सुर छेड़ लिया बोलिया जाता नहीं सी जिहो जी आवाज निकली आ वचन बोले आ वचन वारी वारी गाए कि तिथा तू समरथ 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 मैं क्या सेवका बाजा दिया दवाई तेन खा के दिखाइए अंदर मेरे अनुभव से शब्द आ गया फिर अभी 1.5 घंटा कि 2 घंटे वारी वारी ये दुखों गाइए वारी वारी इत्थे तू समर्थ जिथे कोई ना उथे तेरी रस अगली उधर माए इत्थे तू समर्थ जिथे कोई ना ये अनुभव च आ गया वो शब्द गुरसिख प्यारिओ वो दिन जाता अज दा आ गया वो भी हैरान हो गया मैं सेवका तू कहते ना दवाई जी दिंदे हो आ दवाई है ये गुरु जो कहना भरोसे का मार्ग है पढ़ी तो सारे ही जाते हैं हुण बच्चा भी देखा स्कूल कॉलेज जाता है सिलेबस भी होंगे स्टूडेंट भी होंगे जो बच्चा कहे मैनू आपकी स्टडी आ जूगी कदे भी हो सकता उत्थे स्कूल में टीचर होंदा है कॉलेज में लैक्चरर होंदा प्रोफैसर होंदा है वो की दिंदे ने सिलेबस तो वही होंदा है स्टूडेंट भी होंदा है वो की दिंदे ने टीचर अपना एक्सपीरियंस लैक्चरर +2 करने तो बाद भी टीचर की लोड़ पैंदी है हैल्पर की गाइडर की लोड़ पैंदी है ये तो रूहानियत मार्ग है कित्थे कर लेगा पे इहदे च भी लोड़ पैनी जबड़ियां सुन के जेडे बेचारे नास्तिक लोग ने उन्होंने ना सुनिया कर इन्होंने ना कुछ करना ना तेनू कर देना हस्तो सतनाम वाहिगुरू जी ये प्रैक्टिकल जो साडे अनुभव विच आ जाती ना चीज उदों होंदा प्रैक्टिकल तो रब को जवाब दिंदा है जिन्हों रब कहते ना अंदर है वो अंदरों ही आवाज़ां दिंदा साडे
मालिक दिलों का वो अंदर ही फिर हाका मारता है, अंदर हाक मारता, वो हाक दिता आवाज दिता। जिवें अनुभव की गल करते सी, मैं प्रैक्टिकली गल करदा, अपने जैसा दीवान लगते होंगे सी, पुरानी गल है, ध्यान नाल सुणन वाले 6 GB नगर विच लगते सी दीवान। उत्थे एक असीं बैठे सां, लड़की नूं लैके आ गए। वो की होया, पांच सी ना, वो लत्तां चलण ना वो हथ चलते सी। जवान हो गई, 20 साल की उम्र हो गई, हम 21 साल की लड़की। वो मां बेचारी चक के ले आई, तो मां कहने लगी हुण इहदा असीं की करांगे। वो रोण लगी, असीं बैठे सां, ਉਹਨੂੰ ਵੇਖ ਕੇ ਹੁਣ मैं कहा मैं की कहां भी की करांगे असीं, भी ਇਹਦੇ ना हथ चलते ने, ਇਹਦੇ पैर चलते हैं। मैं सच्चे पातशाह ਨੂੰ की कहा मैं हुण, ते मैनू पातशाह दस्से ना अनुभव च आउंदा, अनुभव च आवाज आई, कहने तू ही पढ़दा पिंगल पर्वत पार पर खर्चा तरब कीता। वो कहते तू ही पढ़दा है। ਇੱਥੇ ਹੁਣ ਇੱਕ ਬੱਚੀ ਵੀ ਆਈ ਸਾਡੀ, ਉਹ ਕਹਿੰਦੀ ਮੈਨੂੰ ਕਲਗੀਧਰ ਦਰਸ਼ਨ ਦਿੰਦੇ ਸੀ। ਇਹ ਕੋਈ ਅੱਧ ਕਥਣੀਆਂ ਗੱਲਾਂ ਨਹੀਂ, ਮਹਾਰਾਜ ਦੇ ਦਿੰਦੇ ਦਰਸ਼ਨ, ਉਹ ਭਾਵਨਾ ਦਰਸ਼ਨ ਹੁੰਦੇ ਆ। ਅਸੀਂ ਤਾਂ ਉਹਦੀ ਰਜਾ ਚ ਰਾਜੀ ਆ। ਹੁਣ ਜਿਹੜਾ ਸਮਾਰਗ ਤੇ ਚਲੇ ਹੀ ਨਹੀਂ, ਉਹ ਕਹਿੰਦਾ ਲੈ ਐ ਕਿਵੇਂ ਦਰਸ਼ਨ ਦਿੱਤੇ ਮਹਾਰਾਜ ਨੇ, ਉਹ ਤੂੰ ਨਾਸਤਿਕ ਆ, ਤੈਨੂੰ ਨਹੀਂ ਦਿੱਤੇ ਹੋਣੇ, ਅਸੀਂ ਕੀ ਲੈਣਾ। अनुभवी ਨੂੰ ਤਾਂ ਪਤਾ ਹੀ ਹੈ, 4 तरह ਦਾ ਦਰਸ਼ਨ ਹੁੰਦਾ ਹੈ। ਚਿੱਤਰ ਦਰਸ਼ਨ ਹੈ, ਸੁਪਨ ਦਰਸ਼ਨ ਹੈ, ਗੁਰਬਾਣੀ ਪ੍ਰਤੱਖ ਦਰਸ਼ਨ ਹੈ। ਇਹ ਦਰਸ਼ਨ ਹੀ ਸੁਪਨ ਦਰਸ਼ਨ, ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ ਔਰ ਮੂਰਤ ਫੋਟੋ ਦਰਸ਼ਨ, ਜਿਹੜੇ ਇਹ 4 तरह ਦੇ ਦਰਸ਼ਨ ਹੈ। ਪਰ ਹੁਣ ਜਿਹਨੇ ਸਟੱਡੀ ਕਰੀ ਉਹਨੂੰ ਪਤਾ, ਜਿਹੜਾ ਵਿਚਾਰਾ ਵੀ ਅੱਖਰੀ ਗਿਆਨ ਚੱਕੀ ਕਰਦਾ ਪੰਡਾ, ਉਹਨੂੰ ਕੀ ਪਤਾ ਇਹਨਾਂ ਗੱਲਾਂ ਦਾ। ਆਖੋ ਸਤਿਨਾਮ। वो जब अणपा विच गई, सतगुरु कहते हो तू आह हुई पढ़दा पिंगल पर्वत पार पर। मैं कहता काम बन गया। तो साडे कोले प्रसाद दा ये आता जाता निशब्दक हुंदा, बड़ा दुख हुंदा है। इहनूं पता ही नहीं हुंदा भी उत्तों उत्तों तां बनदा भी मैं बड़ा श्रद्धालु है, पर अंदरों खोटा हुंदा, इहनूं पता नहीं भी वो तां जाणदा सब कुछ। वो आए तां सी उस नाल, पर ਉਹਨੂੰ ਕੀ ਪਤਾ ਸੀ ਵੀ ਐ ਹੋ ਜਾਊਗਾ। ਉਹ ਤਾਂ ਉਹਦੇ ਜਾਨੀ ਦੂਜੇ ਨੂੰ ਵੇਖ ਕੇ ਆਏ ਸੀ ਨਾ। ਉਹ ਪ੍ਰਸ਼ਾਦ ਪਿਆ ਦੀ, ਮੈਂ ਕਿਹਾ ਮੈਂ ਖਾਣਾ। ਉਹਦੇ ਭਾਗ ਮਾੜੇ ਸੀਗੇ, ਸਤਿਗੁਰੂ ਦਾ ਸੀਲ ਪ੍ਰਸ਼ਾਦ ਉਹਨੇ ਅੱਧਾ ਖਾਧਾ, ਅਣਗਹਿਲੀ ਕਰਕੇ ਖਾਧਾ, ਅਣਗਹਿਲੀ ਕਰਕੇ। ਤੁਸੀਂ ਹੈਰਾਨ ਹੋ ਜਾਓਗੇ, ਅਸੀਂ ਵੀ ਹੈਰਾਨ, ਹੁਣ ਵੀ ਹੈਗੀ ਹੈ ਕੁੜੀ ਉਹ। ਜਦ ਉੱਥੇ 20 ਦਿਨਾਂ ਬਾਅਦ ਪੂਰਨਮਾਸੀ ਸੀ, ਉਹਨੂੰ ਲੈ ਕੇ ਆਏ ਸਾਰੀ ਉਹ ਸੰਗਤ। ਉਹ ਨਾ ਅਵਾਕਰ ਨਾਲ ਤੋੜ ਕੇ ਗਏ, ਵਾਕਰ ਨਾਲ, ਜਿਹੜੀ 20-22 ਸਾਲ ਤੋਂ ਬੈਠੀ ਸੀ, ਅੰਗ ਪੈਰ ਨਹੀਂ ਚੱਲਦੇ ਸੀ। ਉਹ ਮੈਨੂੰ ਬੁਲਾਇਆ, ਕਹਿੰਦੇ ਇਹਨੂੰ ਸਿਆਣਿਆ। ਮੈਂ ਕਿਹਾ ਮੈਨੂੰ ਤਾਂ ਯਾਦ ਨਹੀਂ ਹੈਗਾ। ਉਹ ਕਹਿੰਦੇ ਉਹੀ ਆਏ ਜਿਹਦੇ ਤੁਹਾਡੇ ਕੋਲੇ ਲੈ ਕੇ ਆਏ ਸੀ, ਪ੍ਰਸ਼ਾਦ ਦਿੱਤਾ ਸੀ, ਤੁਸੀਂ ਸ਼ਹੀਦ ਹੋ। ਤੇ ਮੈਂ ਉਹਨੂੰ ਫੇਰ ਮੈਂ ਪੁੱਛਿਆ, ਮੈਂ ਕਿਹਾ ਤਾਂ ਹੋ ਨਹੀਂ ਸਕਦਾ ਵੀ ਇੱਦੀ ਤਾਂ ਸਾਰੀ ਤੁਰਨੀ ਚਾਹੀਦੀ ਸੀ, ਫਿਰ ਸਤਿਗੁਰੂ ਦਾ ਹੁਕਮ ਸੀ। ਮੈਂ ਕਿਹਾ ਕੋਈ ਕਮੀ ਰਹਿ ਗਈ ਹੋਣੀ। ਇਹ ਪ੍ਰੇਮ ਦੀਆਂ ਗੱਲਾਂ ਨੇ, ਤੁਸੀਂ ਪ੍ਰੇਮ ਵਾਲੇ ਬੈਠੇ, ਮੈਂ ਤਾਂ ਸਾਂਝੀਆਂ ਕਰਦਾ ਨਹੀਂ। ਅੱਜ ਕੱਲ ਤਾਂ ਨਾਸਤਿਕ ਦੇ ਇਹਨਾਂ ਨੂੰ ਕੀ ਪੜ੍ਹਾ ਲਓਗੇ ਤੁਸੀਂ, ਨਾਸਤਿਕ ਨੂੰ ਕੀ ਸਮਝਾ ਲਓਗੇ, ਮੂਰਖ ਨੂੰ ਕੀ ਸਮਝਾਓਗੇ ਦੱਸੋ। ਉਹ ਕੀ ਹੋਇਆ, ਮੈਂ ਪੁੱਛਿਆ ਉਹਨੂੰ, ਮੈਂ ਕਿਹਾ ਵੀ ਇਹਨਾਂ ਤੋਂ ਕਿਤੇ, ਉਦੋਂ ਤਾਂ ਟਾਈਮ ਨਹੀਂ ਸੀ, ਸੰਗਤ ਸੀ, ਪੂਰਨਮਾਸੀ। ਮੈਂ ਉਹਨਾਂ ਨੂੰ ਪੁੱਛਿਆ ਫਿਰ ਜਿਹੜੇ, ਮੈਂ ਕਿਹਾ ਇਹਨਾਂ ਨੂੰ ਪੁੱਛਿਓ ਵੀ ਤੁਸੀਂ ਪ੍ਰਸ਼ਾਦ ਸਾਰਾ ਖਾਧਾ ਸੀਗਾ। ਉਹ ਫਿਰ ਉਹਨੇ ਦੱਸਿਆ, ਕਹਿੰਦੇ ਅੱਧਾ ਹੀ ਖਾਧਾ ਸੀ। ਮੈਂ ਫਿਰ ਅੱਧਾ ਕੰਮ ਹੋ ਗਿਆ। ਮਾਂ ਕਹਿੰਦੀ ਸੀ ਕੀ ਪੜੂਗਾ। ਉਹ ਵਿਆਹੀ ਗਈ, ਇੱਥੇ ਕਾਲੀਆਂ ਨਗਰ ਚ ਵਿਆਹੀ ਹੋਈ ਹੈ। 2 ਲੜਕੇ ਹੋ ਗਏ ਉਹਦੇ, 2 ਲੜਕੇ। ਜਿਹਨੂੰ ਮਾਂ ਕਹਿੰਦੀ ਸੀ ਇਹਦਾ ਕੀ ਬਣੂਗਾ। ਇਹ ਗੁਰੂ ਨਾਨਕ ਦਾ ਦਰਬਾਰ। ਇਸ ਕਰਕੇ ਵਾਦ ਵਿਵਾਦ ਤੋਂ ਬਚ ਕੇ ਤਾਂ ਸ਼ਰਧਾ ਭਗਤੀ ਦਾ ਮਾਰਗ ਹੈ। ਉੱਥੇ ਖਿਆਲ ਕਰੀਏ ਜਦੋਂ ਅਨੁਭਵ ਚ ਗੱਲ ਆਉਂਦੀ ਹੈ। ਹੁਣ ਭਗਤ ਕਬੀਰ ਜੀ ਦਾ ਆ ਕੇ ਕਾਜੀ ਮੁਲਾਰਿਆਂ ਨੇ, ਉਹਨਾਂ ਨੇ ਸਵਾਲ ਕਰਤਾ, ਕਹਿੰਦੇ ਹਾਜੀ ਦੱਸੋ। ਉੱਥੇ ਸ਼ਬਦ ਉਚਾਰਨ ਕੀਤਾ। ਭਗਤ ਕਬੀਰ ਜੀ ਕਹਿੰਦੇ ਹੋ ਤੁਸੀਂ ਆ ਵੇਦ ਕਿਤਾਬਾਂ ਨੂੰ ਪੜ੍ਹ ਕੇ ਕਿਉਂ ਕਹਿੰਦੇ ਝਗੜੇ ਚ ਪਏ ਖੜੇ ਹੋ।
ਤਲੰਗ ਰਾਗ ਵਿੱਚ ਜਿਹੜਾ ਸ਼ਬਦ ਸੀਗਾ ਇਹ ਤਲੰਗ ਬਾਣੀ ਭਗਤ ਕਬੀਰ ਜੀ ਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉੱਥੇ ਭਗਤ ਜੀ ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਆਤਮਦੇਵ ਇੱਕ ਹੈ, ਸਭ ਦਾ ਪ੍ਰਕਾਸ਼ਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ। ਅੱਗੇ ਫਿਰ ਕਹਿੰਦੇ ਨੇ ਭਗਤ ਜੀ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਵੇਦ 4 ਵੇਦ ਨੇ ਪਤਾ ਹੀ ਆਪਾਂ ਨੂੰ। ਕਤੇਬ 4 ਮੁਸਲਮਾਨਾਂ ਦੀਆਂ ਪਵਿੱਤਰ ਕਿਤਾਬਾਂ ਨੇ, ਇਹੜੀਆਂ ਤਰੌਤ ਜ਼ਬੂਰ ਅੰਜੀਲ ਕੁਰਾਨ ਇਹ ਕਤੇਬ ਨੇ ਤੇ ਵੇਦ 4 ਹੀ ਪਤਾ ਹੀ ਹੈ ਤੁਹਾਨੂੰ। ਉਹ 4 ਵੇਦ ਨੇ 4 ਕਤੇਬ। ਆਖੋ ਸਤਿਨਾਮ। ਤੇ ਭਗਤ ਕਬੀਰ ਜੀ ਕਹਿੰਦੇ ਭਾਈ ਵੇਦ ਕਤੇਬ ਇਫਤਰਾ ਭਾਈ। ਇਹ ਕਹਿੰਦੇ ਜਿਹੜੇ ਵੇਦ ਕਤੇਬ ਨੇ ਇਹਨਾਂ ਨੂੰ ਪੜ੍ਹ ਕੇ ਦਿਲ ਕਾ ਫਿਕਰ ਨਾ ਜਾਏ। ਫਿਕਰ ਕਹਿੰਦੇ ਨੇ ਸੰਸ ਦੇ। ਇਹਨੂੰ ਪੜ੍ਹ ਕੇ ਬੰਦਾ ਹੋਰ ਵਿਵਾਦ ਜਿਵੇਂ ਇਹਦੇ ਚ ਵੇਦਾਂ ਦੇ ਵਿੱਚ 1 ਲੱਖ ਉਹ ਸ਼ਰੂਤੀਆਂ ਦੱਸੀਆਂ ਜਿਹੜੀਆਂ ਕਰਮ ਕਾਂਡ ਹੀ ਕਰਨ ਵਾਸਤੇ ਕਹਿੰਦੀਆਂ। ਕਰਮ ਕਾਂਡ ਹੀ ਕਰੀ ਜਾਓ, ਆਹ ਸਹੀ ਆ ਗਲਤ ਹੈ। ਉਹਦੇ ਚ ਫਿਰ ਕਈ ਸ਼ਰੂਤੀਆਂ ਧਿਆਨ ਦੀਆਂ ਹੀ ਨੇ। ਉਹ ਭਗਤ ਜੀ ਕਹਿੰਦੇ ਵੇਦ ਕਤੇਬਾਂ ਨੂੰ ਪੜ੍ਹਨ ਦੇ ਨਾਲ ਦਿਲ ਦਾ ਫਿਕਰ ਭਾਵ ਅੰਦਰੋਂ ਸੰਸਾ ਨਹੀਂ ਮਿਟਦਾ। ਪੜ੍ਹ ਕੇ ਹੰਕਾਰ ਹੋਰ ਹੋ ਜਾਂਦਾ ਬੰਦੇ 'ਚ। ਜਿਸ ਨੂੰ ਲਿਖਿਆ ਪੜ੍ਹ ਗੱਡੀ ਲੱਦੀ ਆ, ਪੜ੍ਹ ਭਰੀਆ ਸਾਹ। ਰੱਬ ਦੇ ਬੰਦੇ ਭਗਤ ਕਬੀਰ ਜੀ ਕਹਿੰਦੇ ਭਾਈ ਵੇਦ ਕਤੇਬਾਂ ਦੇ ਹਵਾਲੇ ਦੇ ਕੇ ਗੱਲਾਂ ਕਰਨ ਦੇ ਨਾਲ ਬਾਹਲੀਆਂ ਕੋਈ ਬੰਦਾ ਪੜ੍ਹਨ ਲਿਖਣ ਦੇ ਨਾਲ ਅੰਦਰ ਦਾ ਜਿਹੜਾ ਭਰਮ ਹੁੰਦਾ ਹੈ ਨਾ, ਸੰਸਾ ਹੁੰਦਾ, ਉਹ ਨਿਵਰਤ ਨਹੀਂ ਹੁੰਦਾ। ਦਿਲ ਕਾ ਫਿਕਰ ਨਾ ਜਾਏ, ਮਨ 'ਚ ਸ਼ਾਂਤੀ ਰਹਿੰਦੀ ਹੈ। ਇਹਨਾਂ ਨੂੰ ਪੜ੍ਹ ਕੇ क्या पढ़िया क्या गुणिया क्या वेद पुराण ना सुनिया पढ़े गुणे क्या होई जब सहज न मिलियो हर का नाम ना जप सगवारा क्या सोचे मारन वाला। कहते परमेश्वर का नाम तो जपदा नहीं वेद कहते वे ही कहते। वो कहते ठीक है सहायक ने सानू पर ये संसे नूं दूर नहीं कर सकते। वाद विवाद की खातर तुसीं कहते इन्हां दे हवाले दे दे जो गल्लां करदे हो ये थोड़े अंदरों एक शांति है जिहड़ी ये दिल दा फिक्र है संसा दूर नहीं होना। आखो सतनाम। वो कहते फिर तुसीं दसो किहड़ा राह है जिहदे नाल फिर साडा संसा निवृत्त हो जाए, तुसीं दस दिओ। वो कहते फिर टुक दम करारी जो करो हाजिर हजूर खुदाए। टुक दम दम बने सा आ जिहड़ा देखिया नहीं तुसीं अपने वो संत सिपाही का कोर्स कराउंदे ने संत बाबा सेवा सिंह जी करमाले वाले कराउंदे ना गुरमत विच, उन्हां दी संस्था बनी हुई है। टुक दम करारी। टुक दम करारी की हुंदा है? दम माने साह नूं टुकना। किवें टुकना है? जिवें इस वेले शब्द है वाह गुरु अल्लाह ओ और टुक दम है। अद्धा अद्धा बोलना, दम ने टुकना। वाह गुरु अल्लाह हो दोनों ही धुन बनना। इहनूं कहते टुक दम करारी। कहते तू अभ्यास करेगा ना इहदे नाल की होगा तेरा जिहड़ी अंदर दी एकाग्रता बन जानी है, क्योंकि साह दे नाल चलदा है। कॉन्टैक्ट है जिहड़ा दम माने साह नाल चलदा। जिसनों लिखा साह साह सिमरो गोबिंद मन अंदर की उतरै से। भगत कबीर जी नूं कहंदे तुसीं दसो, कहंदे टुक दम करारी जो करो हाजिर हजूर खुदाए। जे अपने मन नूं तुसीं अभ्यास द्वारा टुक दम करारी रोज अभ्यास करना। अद्धा तो बुलाउंदे ने वो संस्था वाले दसते संत सेवा सिंह वाले वो आई टुक दम ही कराउंदे आ। वाह गुरु अभ्यास कराउंदे आ। कई घंटे अभ्यास करना पैंदा अमृत वेले उठ के। जिवें देखा नहीं अभ्यास सारे काम का अभ्यास है। जो बंदे स्पोर्ट्स ने स्पोर्ट्समैन है वो सवेरे रनिंग करते हैं जिहड़े मेरे अजकल जिम जाते हैं वो अभ्यास ही करते हैं। एक्सरसाइज होने बंदा है अभ्यास के नाल 5 किलोमीटर वाट है पहले दिन जाऊगा आधा घंटा लगूगा। अभ्यास बताता रहा फिर 25 मिनटा से आ जाऊगा होर मिनट करी
ਉਹ 20 ਮਿੰਟਾਂ ਤੇ ਆ ਜਾਊਗਾ, ਹੋਰ ਮਿੰਟ ਕਰੀ 15 ਮਿੰਟਾਂ ਤੇ ਆ ਜਾਊਗਾ। ਤੇ ਜਿਹੜਾ ਆਪਣੇ ਵਰਗਾ ਕਦੇ ਤੁਰਿਆ ਹੀ ਨਹੀਂ ਕਿਲੋਮੀਟਰ, ਉਹ ਕਹੂਗਾ ਝੂਠ ਮਾਰਦਾ ਹੈ, 10 ਮਿੰਟਾਂ 'ਚ ਨਾ ਜਾ ਵੜੂ ਇਹ 5 ਕਿਲੋਮੀਟਰ, ਝੂਠ ਮਾਰਦਾ ਹੈ ਨਾ। ਹਰੀ ਕੰਮ ਦਾ ਅਭਿਆਸ ਹੁੰਦਾ, ਪਰ ਜਿਹਨੇ ਅਭਿਆਸ ਕਰਿਆ ਉਹ ਕਰਕੇ ਵਿਖਾ ਦਿੰਦਾ ਵੀ ਆਂਦਾ ਮੈਂ ਕਰ ਦਿੰਦਾ, ਆ ਜਾ ਤੂੰ ਵੇਖ ਘੜੀ। ਦੇਖੀਆਂ ਨੇ ਕਈ ਗੱਲਾਂ। ਇੱਕ ਆ ਗਿਆ ਆਪਣੇ ਕੰਮ ਵਾਲਾ ਸੀਗਾ, ਉਹ ਕਹਿੰਦਾ ਮੈਂ ਦੰਦਾਂ ਦੇ ਨਾਲ 50 ਕਿਲੋ ਦਾ ਗੱਟਾ ਚੱਕ ਲੈਂਦਾ, ਦੰਦਾਂ ਨਾਲ। ਆਪਾਂ ਕਿਹਾ ਝੂਠ ਮਾਰਦਾ ਐ, ਕਿਵੇਂ ਚੱਕ ਲੂਗਾ ਇਹ ਆਪਣੇ ਫਿੱਟ ਪੈਂਦੀ ਨਾ ਗੱਲ। ਅਸੀਂ ਕਿਹਾ ਕਿੱਦਾਂ ਚੱਕ ਦੇਗਾ, ਝੂਠ ਮਾਰਦਾ। ਕਹਿੰਦਾ ਨਹੀਂ ਜੀ ਮੈਂ ਚੱਕ ਦੂੰਗਾ ਜੀ। ਉਹ ਗੱਟਾ ਸਾਹਮਣੇ ਰੱਖਤਾ, ਉਹਨੇ ਕੱਪੜਾ ਲੈ ਕੇ ਮੂੰਹ 'ਚ ਦੰਦਾਂ ਨਾਲ ਚੱਕਿਆ, ਚੱਕ ਕੇ ਇੱਕ ਮਰਬਾ ਮਾਰ ਲੈ ਗਿਆ ਦੰਦਾਂ ਨਾਲ ਗੱਟੇ ਨੂੰ। ਉਹ ਕੀ ਹੈ? ਉਹਦਾ ਅਭਿਆਸ। ਏਦਾਂ ਹੀ ਟੁੱਕ ਦਮ ਰੋਜ਼ ਚੌਂਕੜਾ ਲਾਉਣਾ, ਅੰਮ੍ਰਿਤ ਵੇਲੇ ਉੱਠ ਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮੰਤਰ ਭਏ ਕਰੂਗਾ। ਜਿਉਂ ਆਪਾਂ ਭਗਤ ਜੀ ਕਹਿੰਦੇ ਟੁੱਕ ਦਮ ਕਰਾਰੀ ਕਰੋਗੇ, ਇਕਾਗਰਤਾ ਵੱਧਦੀ ਜਾਊਗੀ। ਉਹ ਹਾਜ਼ਰ ਹਜ਼ੂਰ ਖੁਦਾਏ, ਰੱਬ ਤਾਂ ਹਾਜ਼ਰੀ ਹੈ। ਗੁਰਮਤ ਵਿੱਚ ਰੱਬ ਆਪਣੀ ਪ੍ਰੈਜ਼ੈਂਟ ਹੈ, ਉਹ ਹੈਗਾ ਵਿਆਪਕ ਹੈ, ਪ੍ਰੈਜ਼ੈਂਟ ਹੋ ਕਿ ਜ਼ਾਹਰ ਜ਼ਹੂਰ ਹੈ, ਇਹ ਹਾਜ਼ਰ ਹਜ਼ੂਰ ਹੈ। ਉਹ ਤਾਂ ਜ਼ਾਹਰ ਵੀ ਹੈ, ਹਾਜ਼ਰ ਵੀ ਹੈ। ਆਪਾਂ ਸਿਰਫ ਹਾਜ਼ਰ ਜ਼ਾਹਰ ਨਹੀਂ, ਕਈ ਆਪਾਂ ਨੂੰ ਨਹੀਂ ਜਾਣਦੇ, ਆਪਾਂ ਉਹਨਾਂ ਨੂੰ ਨਹੀਂ ਜਾਣਦੇ। ਜ਼ਾਹਰ ਕਿਹੜਾ ਹੁੰਦਾ? ਜਿਹੜਾ ਸਭ ਨੂੰ ਜਾਣਦਾ। ਗੁਰੂ ਹਾਜ਼ਰ ਵੀ ਹੈ ਤੇ ਸਭ ਦੇ ਦਿਲਾਂ ਦੀਆਂ ਜਾਣਦਾ ਵੀ ਹੈ। ਇਹ ਸਾਹਿਬ ਦਿਮਾਗ ਹੈ, ਇਹ ਹੁਸਨਲ ਚਿਰਾਗ ਹੈ। ਸਾਡੇ ਦਿਮਾਗ 'ਚ ਕੀ ਚੱਲੀ ਜਾਂਦਾ ਇਹ ਵੀ ਜਾਣਦਾ। ਸਮਝ ਗਏ? ਉੱਥੇ ਕਿਆ ਇਸ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਓਏ ਬੁੱਲੇ ਕਾਜ਼ੀਆਂ ਨੂੰ, ਉਹਨਾਂ ਨੂੰ ਮਲਾਣਿਆਂ ਨੂੰ ਕਹਿੰਦੇ ਸੁਣੋ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਜੇ ਤੁਸੀਂ ਆਪਣੇ ਮਨ ਨੂੰ ਅਭਿਆਸ ਦੁਆਰਾ ਇਕਾਗਰ ਕਰ ਲਓ ਤੇ ਰੱਬ ਤੁਹਾਨੂੰ ਸਾਰੇ ਦਿਸਦਾ ਨਜ਼ਰ ਆਊਗਾ। ਕਿਸੇ ਖਿਲਾਫ ਤਰਕ ਕਰਨ ਦੀ ਲੋੜ ਨਹੀਂ ਪੈਣੀ। ਆਖੋ ਸਤਿਨਾਮ। ਅੱਗੇ ਫਿਰ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਮਨੁੱਖ ਘਬਰਾਹਟ ਤਾਂ ਤੈਨੂੰ ਤਾਂ ਹੀ ਹੈ ਜੀ ਉਹਦੇ ਨਾਲ ਟੁੱਟਿਆ। ਦਿਲ ਨੂੰ ਖੋਜ, ਵੈਸਾਂ ਨੂੰ ਛੱਡ ਕੇ ਜਿਹੜਾ ਟੀਚਰ ਮੁਕਰਰ ਕੀਤਾ ਉਹਦੀ ਸਿੱਖਿਆ ਨਾਲ ਚੱਲਦਾ। ਟੀਚਰ ਇੱਕ ਹੀ ਹੋਣਾ ਚਾਹੀਦਾ ਜਿਸ ਨੇ ਜਿਹੜੇ ਤਰੀਕੇ ਨਾਲ ਸਟੱਡੀ ਕੀਤੀ ਹੈ ਗੁਰਮਤ ਦੀ, ਤੁਹਾਨੂੰ ਕੋਈ ਪੜਾਊਗਾ। ਮਾਸਟਰ ਬਦਲੋਗੇ ਉਹ ਕਹੂਗਾ ਐ ਨਹੀਂ ਕਰਨਾ, ਤੂੰ ਐ ਕਰਨਾ, ਤੂੰ ਐ ਕਰਨਾ। ਉਹ ਅੱਡ ਮਤ ਦੇਣਗੇ, ਇਹਦੇ 'ਚ ਨਹੀਂ, ਇਹਦੇ 'ਚ ਇੱਕ ਹੀ ਰੱਖ ਦੋ। ਜਿਹੜਾ ਪਹੁੰਚਿਆ ਹੋਇਆ ਉਹ ਤੈਨੂੰ ਵੀ ਕਿਤੇ ਲੈ ਜਾਊਗਾ। ਆਖੋ ਸਤਿਨਾਮ। ਜਿਸ ਨੂੰ ਲਿਖਿਆ ਨਾਮ ਬੇੜੀ ਸੰਤ ਮਲਾ, ਮਾਰ ਲਾਉਂਦੇ ਖਾਮ। ਆਖੋ ਸਤਿਨਾਮ। ਉਹ ਭਗਤ ਕਬੀਰ ਜੀ ਕਹਿੰਦੇ ਉਹ ਭਾਈ ਦਿਲ ਨੂੰ ਹਰ ਵੇਲੇ ਇਧਰੋਂ ਉਧਰੋਂ ਹਟਾ ਕੇ ਭਟਕਣਾ 'ਚ ਨਾ ਰਹੋ। ਖੋਜੋ ਆਪਣੇ ਆਪ ਨੂੰ, ਖੋਜਿਆ ਕਰ ਬੈਠ ਕੇ। ਅਭਿਆਸ ਕਰੇਗਾ ਤੈਨੂੰ ਹੌਲੀ ਹੌਲੀ ਪਤਾ ਲੱਗੂਗਾ ਕਿ ਵੀ ਨਾ ਤਾਂ ਮੈਂ ਦੇਹ ਹਾਂ। ਇਹ ਖੋਜ ਅੰਦਰ ਪੈਦਾ ਹੋ ਤੇਰੇ ਵਿਚਾਰ। ਮੈਂ ਕੀ ਸਰੀਰ ਆ? ਸਰੀਰ ਦਾ ਨਹੀਂ ਗੱਲ, ਸਰੀਰ 'ਚ ਰਹਿਣ ਵਾਲਾ ਹੈ। ਇਹ ਵਿਚਾਰ ਪੈਦਾ ਹੋਣੀ ਖੋਜ ਕੀ ਮੈਂ ਫਿਰ ਅੱਗੇ ਜਿਹੜੀਆਂ ਤਰਕ ਆਉਂਦੇ ਅੰਦਰੋਂ ਕਿੱਥੋਂ ਆਉਂਦੇ ਆ? ਕੀ ਮੈਂ ਉਹ ਬੁੱਧੀ ਆ? ਕੀ ਮੈਂ ਸਰੀਰ ਆ? ਕੀ ਮੈਂ ਬੁੱਧੀ ਹੈ? ਕੀ ਜਿਹੜੇ ਸੰਕਲਪ ਵਿਕਲਪ ਉੱਠਦੇ, ਕੀ ਮੈਂ ਮਨ ਹੈ? ਇਹ ਮੈਂ ਕੀ ਆ? ਮੈਂ ਹੱਡ ਮਾਸ ਦਾ ਪੁਤਲਾ ਕਿ ਮੈਂ ਜਿਹੜੀ ਅੰਦਰੋਂ ਵਿਚਾਰ ਆਉਂਦੀ ਹੈ ਤਰਕਾਂ ਵਾਲੀ ਬੁੱਧੀ ਆ? ਕਿ ਮੈਂ ਜਿਹੜਾ ਖਿਆਲ ਉੱਠਦਾ ਇਹ ਮਨ ਹੈ? ਕੌਣ ਹੈ ਤੂੰ? ਆਹੀ ਤਾਂ ਬਾਣੀ ਸਮਝਾਉਂਦੀ ਹੈ। ਕੌਣ ਤੂੰ? ਤੂੰ ਨਾ ਸਰੀਰ ਹੈ, ਨਾ ਮਨ ਹੈ, ਨਾ ਬੁੱਧੀ ਹੈ। ਇਹ ਖੋਜ ਆ। ਕੌਣ ਹੈ ਤੂੰ? ਇਹ ਗੁਰੂ ਸਮਝਾਉਂਦਾ ਤੈਨੂੰ। ਕੌਣ ਹੈ ਤੂੰ? ਪਾਤਸ਼ਾਹ ਇਹ ਦੱਸਦੇ ਵੀ ਤੂੰ ਤਾਂ ਆਹ ਹੈ। ਮਨ ਤੂੰ ਜੋਤ ਸਰੂਪ ਹੈ, 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 ਸਰੂਪ ਹੈ, ਮਨ ਤੂੰ ਜੋਤ 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 ਸਰੂਪ ਹੈ,
जोत स्वरूप है अपना मूल पहचान अपना मूल पहचान ਤੈਨੂੰ ਆਪਣੇ ਆਪ ਦੀ ਸੋਝੀ ਆਊਗੀ ਵੀ ਨਾ ਮੈਂ ਸਰੀਰ ਹੈ ਤੇ ਨਾ ਮੈਂ ਮਨ ਹੈ ਨਾ ਮੈਂ ਬੁੱਧੀ ਹੈ ਨਾ ਮੈਂ ਚਿੱਤ ਹੈ ਮੈਂ ਤਾਂ ਜੋਤ ਸਰੂਪ ਹੈ ਮੈਂ ਸਰੀਰ 'ਚ ਰਹਿਣ ਵਾਲਾ ਹਾਂ ਜਦੋਂ ਤੈਨੂੰ ਖੋਜ ਨਾਲ ਇਹ ਪਤਾ ਲੱਗ ਗਿਆ ਵੀ ਮੈਂ ਸਰੀਰ ਨਹੀਂ ਯਾਰ ਸਰੀਰ ਤਾਂ ਤੇਰਾ ਹੈ ਹੀ ਨਹੀਂ ਫਿਰ ਇਹਦੇ ਨਾਲ ਜੁੜੇ ਸਰੀਰ ਕਿਵੇਂ ਤੇਰੇ ਹੈ या आ शरीर ही नहीं तेरा ते फिर आ शरीर तेरे किवें है इस करके ये शरीर भी नहीं तेरे ना जेड़े तेन नजर आ रहे हैं ये तो माता पिता भाई और बंदा इष्टमीत और भाई पूर्वले कर्म के मिले संयोगी अंते कौन ये तो वाहिगुरु ने मेरे कर्म अनुसार मेरे नाल लाए ने ये मेले दे विच ये फिल्म दे विच रोल हो रहा है कोई मां बने कोई पुत बने कोई प्यो बने कोई भरा बने कोई घर वाली बनी है समझ आऊगी जो खोजेगा अभ्यास अमृत वेले उठ के चौंकड़ा लाएगा टुक दम करारी करेगा रब दे बंदे कहते तेन सोझी पै जाऊ भी तू कौन है जेड़े शरीर नाल जुड़ के पिटदा फिरदा ना ये रोणों हट जाएगा तेनों पता लग जाऊगा शरीर तो मेरा आपदा ही नहीं मेरा आ दूजे शरीरों में मैं किवें मन्नी जाना आपदे मेरी भुल है ये अज्ञान है मेरा तो एक परमात्मा ही है आखो सतनाम वाहिगुरू मेरा एक वाहिगुरू है होर कोई नहीं मेरा तो आपदा शरीर नहीं मेरा पिक्चर बसै सहेलड़ी जिच्चर साथी नाल जां साथी उठ चलिया तां खाकू नाल आ शरीर उन्ना चरिए जिन्ना चर जीव रूप आत्मा साथी बैठा है जो निकल जाता है कि फूके आते इन्होंने कि रखना तेन फूक देंगे जो खोज के नाले पता लग गया फिर वो कहता ये जो दुनिया शहर मेला 10 वो सोची आ गई ना फिर खोजद वो कहता दुनिया तो जादूगर ने जिमें बनाए भी जादू दिखाता होंगे भी वो होंदा तो नहीं ना देखण च नजर आउंदा शहर कहते ने जादू ये दुनिया दो नीयां जिहड़ियां जमना ते मरना ये दो नीयां इस करके कहते दुनिया दुनिया जमना दूजी नहीं मरना जम गया मर गया जम गया मर गया जम गया मर गया इनू दुनिया कहते वो खोजन वाले नूं समझ हो गई कहना जो दुनिया शहर मेला उत्थे हथ च आउण दा कुछ है ही नहीं सारी उम्र धन इकट्ठा करिया ना तो वो नाल गया ना धी पुत्र गए ना घरवाली गई ना घर वाला ना कोई भी नहीं गया नाल वो कहता फिर इत्थे अपने बगाना बन के रहिंदा है पढ़ते होंगे ना साधु जग विच रहिंदे ने बगाने बन के वो बगाना तां ही बनूगा भी ना तो घर मेरा ना ये परिवार मेरा ना ये शरीर मेरा तो एक तू ही है ਉਹਨੂੰ मैं भुलिया हुआ सब कुछ अपना एक राम पराया जिहड़ा आउंदा सी रब हुण भुल गया सब कुछ जाके ना मेरा ही है रब बगाना जिहड़ा तेरा सीगा ਉਹਨੂੰ ਤਾਂ ਬਣਾਉਣਾ ਸੀ ਜੇ ਤੂੰ ਮਿੱਤਰ ਸਾਡੜਾ ਇੱਕ ਭੋਹੀ ਨਾ ਵਿਛੋੜ
सच्चे पातशाह कि कोई मित्र ओनू मित्र बना ला, होर मित्र की लोड़ ही नहीं रहनी। वो मित्र बन गया, सारे मित्रों की लोड़ ही नहीं किसी की, ओनू मित्र बना। जिन्नी गुरमुख नाम ध्याया तिना फिर विघ्न न होई राम राजे, जिन्नी सतगुर पुरख बनाया तिन पूजा सब कोई, जिन्होंने उन्हें मित्र बनाया। जाका मीत सज्जन है समझा, इस जन को कौन आदि कमियां, जिन्ना मित्र रब बन गया काहदियां कमियां। ये दुनिया के मित्र ने छड़ जाते हैं, आ समय ना बहुत कुछ विखाता है, बहुत कुछ दिखाता है। बड़े दिखे ने, बड़े वेखे ने, वेखी भी जाने प्रैक्टिकली। आ समा बहुत कुछ दिखा जाता है। जिन्होंने सब को पैसे को समझा हुआ, पैसे को समझे, पैसा नहीं कम आता, उत्थे लोड़ पैंदी है। सुनिया सी ना, जिथे हथ नापड़े पैसे तो कुछ भी नहीं कर सकता, उत्थे तो सतगुरु वेली होता है। ये दुनिया के मित्र ने जेड़े, ये मित्र मुत्र तो तेरे झूठे ही है, ओनू मित्र बना ला। मित्र बहुत ने दुनिया च, सुखा दे विच सारी दुनिया नेड़े हो पैंदी, परखे जाते यार सज्जन जद बाजी उठी पैंदी। फिर पता लगता जो बंदे के सिर पे पैंदी है ना, कि कौन अपना ते कौन बगाना है, कौन अपना है कौन बेगाना है, ये जमाने में किसी ने जाना है। आपको इस करके उन्होंने समझ आ गई, ये जो दुनिया शायर मेला दस्तगिरी ना है, इथों दुनिया चो हथ आने कुछ नहीं है, पल्ले हथ पल्ले कुछ दस्त मने हथ गिरी मने फड़ना भी, इथों हथ पल्ले आने कुछ भी नहीं है। कहने उन्हें ना मिस्त्रियों को दस्तगिरी का काम करते हैं, भी भाव हथ वाली क्रिया करते हैं, हथा वाले काम करते। पर रब वर्गा मित्र कोई नहीं होए, बना ला, कभी कोई नहीं रही। वो मित्र बन गया, सारी दुनिया तेरी मित्र बन जाएगी। ये वो दुश्मन है तो सारी दुनिया दुश्मन। तू विसरा तो सबको लागू चीता वेता सेवा। इस करके गुरु जी कहते ने, बाबा कबीर कहते हैं, ओनू मित्र बना, खोज कर, ओनू लभ ओदे नाल मिल, टुकदम करारी करदा करदा एकाग्रता के घर विच आके रब दा अनुभव हो जू। अंदर अंदर तो बाहर तेनू दिसूगा, पहला अंदर दिसूगा फिर बाहर दिसूगा। ओ सो अंतर सो बाहर अनंत घट घट पिया प्रिया भगवंत धर्ममय आकाश प्यार, सब लोग पूर्ण प्रतिपाल बनतन पर्वत है पार ब्रह्म जैसी आज्ञा तैसा कर्म। कौन पानी में संतर माई चार को लता दिशा समाई, जिसने पहले नहीं को ठाओ गुर प्रसाद नानक सुख पाओ। आपको सब इस करके जो दुनिया है, दुनिया तेरी मित्र नहीं की, खोज करके रब को मित्र बना ला। ताही बाबा कबीर कहते ने सानू समझाते हैं, और रब वर्गा मित्र नहीं कोई, मित्रां दी वेखी दुनिया, रब वर्गा मित्र नहीं कोई, ना मित्रां दी वेखी दुनिया।
रब नूं मित्र बना ला जाका मीत सज्जन है समिया तिस जन को काकी कमियां। ਇਹ ਸੰਸਾਰ ਤਾਂ ਰੱਬ ਦੇ ਬੰਦੇ ਕਹਿੰਦੇ 4 ਦਿਨਾਂ ਦਾ ਮੇਲਾ ਹੈ। ਇਹ ਸ਼ਹਿਰ ਜਿਵੇਂ ਜਾਦੂਗਰ ਜਾਦੂ ਪਾਉਂਦਾ ਹੈ, ਆਖਰ ਨੂੰ ਆਈਟਮਾਂ ਦਿਖਾ ਕੇ ਬਾਅਦ 'ਚ ਉਹਦੇ ਹੱਥ 'ਚ ਬਗਲੀ ਤੇ ਡੰਡੇ ਰਹਿ ਜਾਂਦਾ। ਇਹ ਦੁਨੀਆ ਤੋਂ ਹੱਥ ਉੱਤੇ ਚਾਉਣ ਵਾਲੀ ਕੋਈ ਚੀਜ਼ ਨਹੀਂ, ਨਾ ਤਾਂ ਧਨ ਇਕੱਠਾ ਕਰਨੀ ਤੇਰੇ ਨਾਲ ਜਾਊ, ਨਾ ਘਰ ਜਾਣਗੇ, ਨਾ ਜ਼ਮੀਨਾਂ। ਦੁਨੀਆ ਨਾ ਖੋਜ ਕਰ ਆਪਣੇ ਆਪ ਦੀ। ਇਹ ਜੋ ਦੁਨੀਆ ਸਾਹਿਬ ਮੇਲਾ 10 ਤਬਦੀਲੀ ਨਾ इथों हथ चाउण वाला कोई है नहीं, जानवरां दी खेड़ है। ये जगत एक जादू वर्गा तमाशा जा हो रहा है। एवें वाद विवादां च पै के, लड़ाइयां झगड़ियां च पै के मनुखा जन नूं बर्बाद ना कर। आपको सतनाम वो फिर पंडितां दी गल चली, वो कहंदे बहस करदे ने, कहंदे दरोग पढ़ पढ़ खुशी होए बेखबर बात बताए। कहंदे बेसमझ लोग अनमतां दीयां धर्म पुस्तकां बारे एक दूजे दे बारे खिलाफ बोलदे हैं, पढ़ पढ़ के वाद विवाद करते हैं। पर ये सारिया गल्लां कहंदे तुहानूं खुश करन लई आ, सारियां विच असलीयत नहीं गी। आखो सतनाम। बेसमझ लोग अणमतां दे धर्म पुस्तकां बारे गलत बोलदे आ, पढ़ के एक दूजे दे हुण भी करदे ने ना, ओहनूं गलत कहंदे, ओहनूं गलत कहंदे। वाद विवाद करदे आ, दरोग माणे पढ़ पढ़ के झूठ बोलना। ਇਹ ਗੱਲਾਂ ਜਿਹੜੀਆਂ ਇਹ ਕਹਿਣਾ ਦੇਵ ਝੂਠੇ, ਉਹ ਕਹਿੰਦੇ ਵੇਦ ਝੂਠੇ। ਅਣਜਾਣ ਲੋਕ ਨੇ ਜਿਹੜੇ ਝਗੜਿਆਂ 'ਚ ਪਏ ਹੋਏ, ਬਹਿਸ ਕਰਦੇ ਆ, ਵਕਾਹੇ ਵਕਦੇ ਆ, ਬੋਲਦੇ ਆ। ਆਖੋ ਸਤਨਾਮ। ਤੇ ਫਿਰ ਬਾਬਾ ਕਬੀਰ ਕਹਿੰਦਾ ਸੱਚ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ। ਉਹ ਹੱਕ ਸੱਚ ਕਹਿੰਦੇ ਸਦਾ ਕਾਇਮ ਰਹਿਣ ਵਾਲਾ ਰੱਬ ਮਿਆਨੇ ਸ਼ਿਆਮ ਮੂਰਤ। ਕ੍ਰਿਸ਼ਨ ਦੀ ਕਹਿੰਦੇ ਜਿਵੇਂ ਤੁਸੀਂ ਮੂਰਤੀ ਨੂੰ ਮੰਨਦੇ ਹੋ ਨਾ ਪੰਡਤੋ, ਉਹ ਕੋਈ ਮੂਰਤੀ ਰੂਪ ਨਹੀਂ ਹੈਗਾ। हक कहते ने रब नूं, सच माने सच्चा, खालक माने खलकत विच। वो कोई मूर्त नहीं गा, सारी खलकत दे विच वसदा है, सारियां च रब दा निवास है। रीदा खालक खलक मैं खलक वसाया रब माहे मंदा किस नूं आखीए जां किस बिन कोई ना। ये नहीं जानते भी वो सदा कायम रहने वाला परमात्मा खालकत विच ही वसदा है। वो किते सतवें आसमान ते नहीं बैठा। कोई कहता रब उत्थे है, कोई कहता उत्थे है, कोई कहता पूर्व च है, कोई कहता पश्चिम च है। कौम लख्यो हर वाची दिशा में काऊ पशान को शीस नवायो। वो बुतान को पूजत है, कोई बुतान पूजी जाता है, कोई इधर नु कोई इधर नु। को बुतान को पूजत है बस को मृतान को, कोई मरिया नु पूजी जाता है। पूजन कायो पूर मिलिया और जो सावी जग श्री भगवान को आपको सतनाम। इस करके बाबा कबीर कहते हो जिहड़ा सच्चा परमात्मा काल पुरख है, खालकत विच ही निवास रखता है, वो किते बाहर नहीं रहेगा। वो सारे परिपूर्ण है। बस आसमान म्याने लहंग दरिया गुसल करदम दूध। आसमान 10 द्वारा आकाश मंडल जिन्होंने क्या म्याने ਉਹਦੇ अंदर लंघदा ਇਹ दरिया ਜਿਹੜਾ ਉਹ ਸਰਬ ਵਿਆਪਕ ਪ੍ਰਭੂ ਜਿਹੜਾ ਨਦੀ ਰੂਪ ਹੈ, ਉਹਦੇ ਵਿੱਚ ਇਸ਼ਨਾਨ ਕਰਦਣ ਬੂਦ ਕਰਨਾ ਚਾਹੀਦਾ ਹੈ। ਉਹ ਅਸਮਾਨ ਰੂਪ ਜਿਹੜਾ ਨਿਰਾਕਾਰ ਦਾ ਦੇਸ਼ ਹੈ, ਉਹਦੇ ਵਿੱਚ ਇਸ਼ਨਾਨ, ਉਹ 7ਵੇਂ ਅਸਮਾਨ ਤੇ ਨਹੀਂ ਬੈਠਣਾ। ਉਹਦੀ ਸਮਝਣ ਦੀ ਜਗ੍ਹਾ ਉਹ ਜਿਹੜਾ ਪ੍ਰਭੂ ਰੂਪ ਦਰਿਆ ਅੰਤ ਕਰਨਾ ਸਾਡਾ, ਉਹ ਲਹਿਰਾ ਮਾਰ ਰਿਹਾ, ਉਹਦੇ ਵਿੱਚ ਇਸ਼ਨਾਨ ਕਰਨਾ। ਜਿਹੜਾ ਅੰਦਰ ਅੰਤਿਸ਼ ਕਰਨਾ ਹੈ ਨਾ, अंतश करन जिहड़ा साडा मन बुद्धि चित्त 4 चीज़ों का बनया हुआ अंत करन कहते हैं। आखो सतनाम। रब कोई 7वें आसमान म्याने लहंग दरिया गुसल करदन बूद, कोई 7वें आसमान च नहीं बैठा। ये वहम भरम छड्ड के परमात्मा के अंदर ही दर्शन कर ला। आखो सतनाम। ये अगे की कहते हैं कर फकर दायम लाए चश्मे जय तहां मौजूद। फकर फकीरी बंदगी वाला जीवन बंदगी करया कर। फकर कहते ने, फकीर कहते ने रब दे जिहड़ा यकीन करके जिउंदा नूं फकीर कहते ने, फकर करन वाला। आखो सतनाम। सो उसकी सदा बंदगी कर, भगती कर,
ਉਹ ਤੇ ਰੱਬ ਦੀਆਂ ਦਿੱਤੀਆਂ ਹੋਈਆਂ ਅਣਭਵੀ ਰੂਪ ਅੱਖਾਂ ਜਿਹੜੀਆਂ ਐਨਕਾਂ ਉਹ ਲਾ ਕੇ ਉਹਨੂੰ ਹਰ ਥਾਂ ਮੌਜੂਦ ਵਾਹਿਗੁਰੂ ਨੂੰ ਦੇਖਿਆ ਅਭਿਆਸ ਨਾਲ ਇਹ ਗੱਲ ਸਮਝ ਆ ਜੂਗੀ। ਕਰ ਫਕਰ ਤਾਇਮ ਲਾਏ ਚਸ਼ਮੇ ਜੇ ਤਹਾਂ ਮੌਜੂਦ, ਉਹ ਅਗਿਆਨ ਦੇ ਚਸ਼ਮੇ ਲਾ ਦੇ ਮੋਤੀਆ ਲਾ ਦੇ, ਗਿਆਨ ਦੇ ਚਸ਼ਮੇ ਗੁਰੂ ਤੋਂ ਲਾਲਾ, ਗਿਆਨ ਜਨ ਗੁਰ ਦੀਆ, ਗਿਆਨ ਦੇ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਉਹ ਫਿਰ ਗਿਆਨ ਦੇ ਚਸ਼ਮੇ ਲਾ ਕੇ ਅਨੁਭਵ ਦੇ ਚਸ਼ਮੇ ਲਾ ਕੇ ਉਹ ਪ੍ਰਮਾਤਮਾ ਦੇ ਦਰਸ਼ਨ ਕਰ ਲਾ। ਆਖੋ ਸਤਿਨਾਮ। ਉਹ ਕਹਿੰਦੇ ਵੀ ਰੱਬ ਮੇਲਾ ਵੀ ਹੋ ਜਾਂਦਾ ਹੈ। ਉਹ ਕਹਿੰਦੇ ਨਾ ਭਾਈ ਅੱਲਾਹ ਪਾਕ ਪਾਕ ਸ਼ੱਕ ਕਰੂ ਜੇ ਦੂਸਰ ਹੋਏ। ਉਹ ਅੱਲਾਹ ਰੱਬ ਪਾਕ ਪਵਿੱਤਰ ਤੋਂ ਪਵਿੱਤਰ ਹੈ, ਉਹਨੂੰ ਕੋਈ ਕਾਲਕ ਨਹੀਂ ਲੱਗਦੀ, ਉਹ ਸਭ ਤੋਂ ਪਵਿੱਤਰ ਹੈ। ਸ਼ੱਕ ਕਹਿੰਦੇ ਭਰਮ ਤਾਂ ਕਰੀਏ ਜੇ ਉਹਦੇ ਵਰਗਾ ਕੋਈ ਹੋਰ ਦੂਜਾ ਹੋਵੇ। ਇਹੀ ਗੁਰੂ ਨਾਨਕ ਜੀ ਨੇ ਕਿਹਾ ਨਾ, ਉਹ ਰੋਜ਼ ਆਪਾਂ ਰਹਿਰਾਸ ਚ ਪੜ੍ਹਦੇ ਆ, ਉਹਦੇ ਗੁਣ ਕੀ ਆ? ਮਾਂ ਨੇ ਪੁੱਛਿਆ ਸੀ ਤ੍ਰਿਪਤਾ ਜੀ, ਉਹ ਕਹਿੰਦੇ ਉਹਦੇ ਗੁਣ ਇਹ ਆ, ਨਾ ਕੋ ਹੋਆ ਨਾ ਕੋ ਹੋਏ। ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਹੋਊਗਾ। ਇਹ ਰੱਬ ਦੇ ਗੁਣ ਨੇ। ਆਖੋ ਸਤਿਨਾਮ। ਉਹੀ ਬਾਬਾ ਕਬੀਰ ਕਹਿੰਦੇ ਅੱਲਾਹ ਪਾਕ ਨੂੰ ਪਾਕਾ ਸ਼ੱਕ ਕਰੂ ਜੇ ਦੂਸਰ ਹੋਏ। ਰੱਬ ਸਭ ਤੋਂ ਪਵਿੱਤਰ ਹਸਤੀ ਹੈ, ਪਵਿੱਤਰ। ਉਹਦੇ ਵਰਗਾ ਕੋਈ ਪਵਿੱਤਰ ਵੀ ਹੈ ਨਹੀਂ। ਇਸ ਗੱਲ ਵਿੱਚ ਤਾਂ ਮੈਂ ਕੀ ਸ਼ੱਕ ਕਰਾਂ? ਸ਼ੱਕ ਤਾਂ ਕਰਾਂ ਜੇ ਰੱਬ ਤੋਂ ਬਿਨਾਂ ਇੱਥੇ ਕੋਈ ਦੂਜਾ ਹੋਰ ਹੋਵੇ ਜਾਂ ਰੱਬ ਵਰਗਾ ਕੋਈ ਦੂਜਾ ਹੋਰ ਹੋਵੇ। ਆਖੋ ਸਤਿਨਾਮ। ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੈ ਸੋਏ। ਕਰਮ ਨੇ ਬਖਸ਼ਿਸ਼ ਕਰਦਾ ਕਰੀਮ, ਬਖਸ਼ਿਸ਼ਾਂ ਕਰਨ ਵਾਲਾ ਉਹ ਪ੍ਰਭੂ, ਉਹ ਪਰਮਾਤਮਾ ਜਿਸ ਬੰਦੇ ਤੇ ਬਖਸ਼ਿਸ਼ ਰਹਿਮ ਕਰਮ ਕਰ ਦਿੰਦਾ ਹੈ ਉਹਨੂੰ ਉਹ ਕਰੇ ਜਾਣੈ ਸੋਏ। ਉਹ ਕਬੀਰ ਮਹਾਰਾਜ ਕਹਿੰਦੇ ਇਸ ਭੇਤ ਨੂੰ ਉਹ ਮਨੁੱਖੀ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਉਹਦੇ ਸਮਝਣ ਯੋਗ ਬਣਾ ਦਿੰਦਾ ਹੈ। ਉਹਦੀ ਇਬਾਦਤ ਕਰਕੇ, ਬੰਦਗੀ ਕਰਕੇ, ਸਿਮਰਨ ਕਰਕੇ, ਅਭਿਆਸ ਕਰਕੇ ਆਤਮ ਰੂਪ ਸ਼ੁੱਧੀ, ਅੰਤਸ਼ਕਰਨ ਸ਼ੁੱਧ ਹੋ ਜਾਂਦਾ ਹੈ। ਉੱਥੇ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ। ਜਿਹਦੇ ਤੇ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਉਹ ਰੂਪ ਨਾ ਰੇਖਣਾ ਰੰਗ ਕਿਸ ਤਰ੍ਹਾਂ ਗੁਣ ਦੇ ਪ੍ਰਭੇ ਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਲੋ ਪ੍ਰਸੰਨ। ਜਿਹਨੂੰ ਖੁਸ਼ ਹੋ ਜਾਵੇ ਰੂਪ ਰੰਗ ਤੋਂ ਨਿਆਰਾ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਇਉਂ ਇਹ ਸਾਰਾ ਸ਼ਬਦ ਉਚਾਰਨ ਕਰਕੇ ਪੰਡਤ ਕਾਜੀ ਗੁਲਾਣੀਆਂ ਦਾ ਸਾਰਿਆਂ ਦਾ ਬਾਬੇ ਕਬੀਰ ਨੇ ਭਰਮ ਦੂਰ ਕਰਿਆ। ਹੁਣ ਜਿਹੜਾ ਸਮਾਗ ਗਿਆਨੀ ਦਿੰਦਾ ਇਹ ਜੇ ਦੁਨੀਆ ਸਹਿਰ ਮੇਲਾ ਦਸ ਤਰੀਰੀ ਨਾ ਇੱਥੇ ਆਉਣ ਵਾਲਾ ਕੁਛ ਨਹੀਂ। ਸੇਵਾ ਇਬਾਦਤ ਬੰਦਗੀ ਕਰ ਲਾ, ਉਹ ਤੇਰੇ ਨਾਲ ਜਾਣੇ ਨੇ। ਗੁਰੂ ਵਾਲਾ ਬਣ, ਸੇਵਾ ਸਿਮਰਨ ਕਰਕੇ ਲੋਕ ਸੁਖੀ ਪਰਲੋਕ ਸੋਇਲੇ ਨਾਨਕ ਹਰ ਪ੍ਰਭ ਆਪੇ ਮੇਲੇ ਮੁਝੇ ਬੋਲਣਾ ਨਿਕਮਾ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ।